ਸਾਹਿਬ ਕਿਵੇਂ ਦੇਖਦੇ ਹੋ ਜੋ ਜਾਂਚ ਰਿਪੋਰਟ ਤੁਹਾਡੇ ਕੋਲ ਆਈ ਆ ਜਾਂ ਸਿੱਖ ਜਥੇਬੰਦੀਆਂ ਨੂੰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਆ, ਕਿਵੇਂ ਦੇਖਦੇ ਹੋ ਸਾਰੀ ਜਾਂਚ ਰਿਪੋਰਟ ਨੂੰ? ਬਾਦਲ ਕੇ ਜਿਹੜੇ ਨੇ ਬਹੁਤ ਜ਼ਿਆਦਾ ਖੁਸ਼ੀਆਂ ਮਨਾ ਰਹੇ ਨੇ। ਉਹ ਕਹਿ ਰਹੇ ਨੇ ਕਿ ਅਸੀਂ ਬੇਕਸੂਰ ਸਾਬਤ ਹੋ ਗਏ, ਜਦੋਂ ਕਿ ਉਹਨਾਂ ਦਾ ਬਹੁਤ ਵੱਡਾ ਪ੍ਰਚਾਰਿਆ ਜਾ ਰਿਹਾ ਝੂਠ ਹੈ। ਬਾਦਲ ਕੇ ਕਦੇ ਵੀ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਨਹੀਂ ਕਰ ਸਕਣਗੇ, ਕਿਉਂਕਿ ਮੇਰੇ ਕੋਲੇ ਇਹ ਸਾਰੇ ਪ੍ਰੂਫ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ। ਅੱਜ ਹੀ ਮੈਂ ਇੱਕ ਮੁੱਖ ਮੰਤਰੀ ਪੰਜਾਬ ਨੂੰ ਇਹ ਲਿਖਿਆ ਪੱਤਰ, ਜਿਹੜਾ ਭੇਜਿਆ ਉਹਨਾਂ ਨੂੰ ਕਿ ਜਿਹੜਾ ਸੌਦਾ ਸਾਧ ਵਾਲਾ ਕੇਸ ਹੈ 2007 ਵਾਲਾ, ਇਹ ਖੋਲ੍ਹਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਉਹ ਤੁਹਾਡੇ ਤੇ ਵੀ ਨਿਸ਼ਾਨਾ ਲਾ ਰਹੇ ਨੇ ਕਿ ਜੋ ਵੀ ਹੋਇਆ ਉਸ ਸਮੇਂ ਹੋਇਆ, ਕਿਉਂਕਿ ਤੁਸੀਂ ਉੱਥੇ ਕਥਾ ਵੀ ਕੀਤੀ ਸੀ, ਤੁਸੀਂ ਆਪਣੇ ਦੀਵਾਨ ਸਜਾਏ ਸੀ। ਇਹਦੀ ਬੈਕਗ੍ਰਾਉਂਡ ਕੀ ਹੈ? ਇਹਦੇ ਪਿੱਛੇ ਖੜੇ ਨੇ ਬਾਦਲ ਕੇ। ਆ ਜਿਹੜੇ ਬਾਦਲ ਕੇ ਅੱਜ ਚਾਂਬੜਾ ਮਾਰਦੇ ਫਿਰਦੇ ਆ, ਖੁਸ਼ ਹੋਏ ਫਿਰਦੇ ਆ ਕਿ ਅਸੀਂ ਬੇਗੁਨਾਹ। ਮੈਂ ਬਾਦਲ ਐਂਡ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ 2014 ਤੱਕ ਤੁਸੀਂ ਸੌਦਾ ਸਾਧ ਨੂੰ ਕਿਉਂ ਬਚਾ ਕੇ ਰੱਖਿਆ? ਵਿਲੱਖਣ ਸਿੱਖ ਇਤਿਹਾਸ ਅਤੇ ਅਮੀਰ ਸਿੱਖ ਸੱਭਿਆਚਾਰ ਦੀ ਗੱਲ ਕਰਨੀ, ਪੰਜਾਬ ਦੇ ਵਿੱਚ ਆਪਣੇ ਭੈਣ ਭਰਾਈਆਂ ਨੂੰ ਸਿੱਖੀ ਬਾਰੇ ਦੱਸਣਾ, ਇੱਥੇ ਕੋਈ ਗੁਨਾਹ ਥੋੜ੍ਹਾ। ਇਹ ਤਾਂ ਇੱਕ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੀ ਕੋਈ ਔਕਾਤ ਨਾ ਹੋਣ ਦੇ ਬਾਵਜੂਦ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ ਤੋਂ ਇਹ ਜਿਹੜੀ ਸੇਵਾ ਲਈ ਸੀਗੀ। ਸੋ ਇਹ ਜਿਹੜਾ ਅੱਜ ਫੇਰ ਬਾਦਲ ਕੇ ਸਿੱਖਾਂ ਨੂੰ ਫੇਰ ਦੋਸ਼ੀ ਬਣਾ ਰਿਹਾ, ਬਿਲਕੁਲ ਉਸ ਤਰ੍ਹਾਂ ਜਿਵੇਂ 2015 ਵਿੱਚ ਬੇਕਸੂਰ ਨੌਜਵਾਨਾਂ ਨੂੰ ਚੁੱਕ ਕੇ ਟੌਰਚਰ ਕਰਦੇ ਸੀ ਕਿ ਬੇਅਦਬੀ ਇਹਨਾਂ ਨੇ ਕੀਤੀ। ਇਹ ਦੱਸ ਦੇ ਸਕਦੇ ਆ ਮੈਨੂੰ? ਸੁਖਬੀਰ ਐਂਡ ਇਹਨਾਂ ਦੇ ਚਮਚੇ ਦੱਸ ਸਕਦੇ ਆ ਕਿ ਤੁਸੀਂ ਦੱਸੋ 2007 ਤੋਂ ਲੈ ਕੇ 2014 ਤੱਕ ਤੁਹਾਡੀ ਪੁਲਿਸ, ਕਿਉਂਕਿ 17 ਤੱਕ ਤੁਹਾਡੀ ਸਰਕਾਰ ਰਹੀ ਹੈ, ਤੁਹਾਡੀ ਪੁਲਿਸ ਨੇ ਚਲਾਨ ਕਿਉਂ ਨਹੀਂ ਪੇਸ਼ ਕੀਤਾ? ਜੇ ਉਹ ਪੁਲਿਸ ਵਾਲੇ ਮਨਮਾਨੀ ਕਰ ਰਹੇ ਸੀ, ਸੁਖਬੀਰ ਤੇ ਬਲਟੋਹਾ ਸਾਹਿਬ, ਤੁਸੀਂ ਦੱਸੋਗੇ ਕਿ ਉਹਨਾਂ ਦੇ ਖਿਲਾਫ ਪੁਲਿਸ ਵਾਲਿਆਂ ਤੇ ਕਾਰਵਾਈ ਕੀ ਹੋਈ? ਡੱਕਾ ਇਹਨਾਂ ਨੇ ਤੋੜਿਆ ਨਹੀਂ, ਸਾਰਾ ਇਹਨਾਂ ਦੀ ਮਿਲੀ ਭੁਗਤ ਸੀਗੀ। ਮੈਂ ਅੱਜ ਵੀ ਦਾਅਵੇ ਨਾਲ ਕਹਿਣਾ ਕਿ ਜੇ 2007 ਦੇ ਵਿੱਚ ਸੌਦਾ ਸਾਧ ਨੂੰ ਟੰਗਿਆ ਹੁੰਦਾ ਉਸ ਮਸਲੇ ਤੇ, ਤਾਂ ਇਹ 2015 ਚ ਬੇਅਦਬੀ ਨਾ ਕਰਦਾ। ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਗਾੜੀ ਵਿਖੇ ਜੋ ਬੇਅਦਬੀ ਹੋਈ, ਉਸ ਤੋਂ ਬਾਅਦ ਲਗਾਤਾਰ ਕਈ ਸਰਕਾਰਾਂ ਆਈਆਂ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉਦੋਂ ਚੱਲੀ, ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪਰ ਜਥੇਬੰਦਕ ਆਗੂ ਤੇ ਜਾਂ ਸਿੱਖ ਤੇ ਕਹਿ ਰਹੇ ਤੇ ਕਿ ਬਰਗਾੜੀ ਦਾ ਇਨਸਾਫ ਨਹੀਂ ਮਿਲਿਆ। ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਬਰਗਾੜੀ ਦੀ ਜੋ ਜਾਂਚ ਰਿਪੋਰਟ ਆ ਉਹ ਜਥੇਬੰਦਕ ਆਗੂਆਂ ਨੂੰ ਸੌਂਪੀ ਆ। ਸੌਂਪਣ ਤੋਂ ਬਾਅਦ ਉਹਨਾਂ ਨੇ ਖੁਲਾਸਾ ਵੀ ਕੀਤਾ ਵੀ ਕਿਤੇ ਨਾ ਕਿਤੇ ਇਹ ਜਾਂਚ ਦੇ ਵਿੱਚ ਜੋ ਦੋਸ਼ੀ ਨੇ ਉਹ ਗੁਰਮੀਤ ਰਾਮ ਰਹੀਮ ਨੇ। ਇਸ ਸੰਬੰਧ 'ਚ ਗੱਲਬਾਤ ਕਰਨ ਲਈ ਸਾਡੇ ਨਾਲ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਮੌਜੂਦ ਨੇ। ਮਾਝੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੀ ਸਾਹਿਬ ਕਿਵੇਂ ਦੇਖਦੇ ਹੋ ਜੋ ਜਾਂਚ ਰਿਪੋਰਟ ਤੁਹਾਡੇ ਕੋਲ ਆਈ ਆ ਜਾਂ ਸਿੱਖ ਜਥੇਬੰਦੀਆਂ ਨੂੰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਆ, ਕਿਵੇਂ ਦੇਖਦੇ ਹੋ ਸਾਰੀ ਜਾਂਚ ਰਿਪੋਰਟ ਨੂੰ ਤੁਸੀਂ? ਦੇਖੋ, ਇਹਦੇ ਵਿੱਚ ਬੜਾ ਸਪਸ਼ਟ ਰੂਪ ਵਿੱਚ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਜਿਹੜੀ ਗੱਲ ਸੰਗਤ ਪਹਿਲੇ ਦਿਨ ਤੋਂ ਕਹਿੰਦੀ ਸੀ ਕਿ ਬੇਅਦਬੀ ਘਟਨਾਕ੍ਰਮ ਦਾ ਮਾਸਟਰ ਮਾਈਂਡ ਹੈ ਜਿਹੜਾ ਉਹ ਗੁਰਮੀਤ ਰਾਮ ਰਹੀਮ ਹੈ, ਉਹ ਗੱਲ ਜਿਹੜੀ ਹੈ ਇਹ ਜਾਂਚ ਰਿਪੋਰਟ ਦੇ ਵਿੱਚ ਆਈ ਆ। ਤੋ ਇਹ ਫਿਰ ਬਹੁਤ ਸਾਰੀ ਕੰਟਰੋਵਰਸੀ ਵੀ, ਭਾਵੇਂ ਇਹਦੇ ਉੱਤੇ ਪੋਲੀਟੀਕਲ ਤੌਰ ਤੇ ਜਾਂ ਧਾਰਮਿਕ ਆਗੂ ਵੱਖਰੀਆਂ ਵੱਖਰੀਆਂ ਗੱਲਾਂ ਕਰ ਰਹੇ ਨੇ। ਔਰ ਇਸ ਤੋਂ ਬਾਅਦ ਜਿਹੜੀ ਗੱਲ ਵੱਡੀ ਵੇਖਣ ਨੂੰ ਮਿਲ ਰਹੀ ਹੈ, ਬਾਦਲ ਕੇ ਜਿਹੜੇ ਨੇ ਬਹੁਤ ਜ਼ਿਆਦਾ ਖੁਸ਼ੀਆਂ ਮਨਾ ਰਹੇ ਨੇ। ਉਹ ਕਹਿ ਰਹੇ ਨੇ ਕਿ ਅਸੀਂ ਬੇਕਸੂਰ ਸਾਬਤ ਹੋ ਗਏ, ਜਦੋਂ ਕਿ ਉਹਨਾਂ ਦਾ ਬਹੁਤ ਵੱਡਾ ਪ੍ਰਚਾਰਿਆ ਜਾ ਰਿਹਾ ਝੂਠ ਹੈ। ਬਾਦਲ ਕੇ ਕਦੇ ਵੀ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਨਹੀਂ ਕਰ ਸਕਣਗੇ, ਕਿਉਂਕਿ ਮੇਰੇ ਕੋਲੇ ਇਹ ਸਾਰੇ ਪ੍ਰੂਫ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ। ਅੱਜ ਹੀ ਮੈਂ ਇੱਕ ਮੁੱਖ ਮੰਤਰੀ ਪੰਜਾਬ ਨੂੰ ਇਹ ਲਿਖਿਆ ਪੱਤਰ, ਜਿਹੜਾ ਭੇਜਿਆ ਉਹਨਾਂ ਨੂੰ ਕਿ ਜਿਹੜਾ ਸੌਦਾ ਸਾਧ ਵਾਲਾ ਕੇਸ ਹੈ 2007 ਵਾਲਾ, ਇਹ ਖੋਲ੍ਹਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਠੀਕ ਹੈ ਜੀ।
ਵੈਸੇ ਮਾਝੀ ਸਾਹਿਬ ਗੱਲਬਾਤ ਇੱਕ ਹੋਰ ਵੀ ਸਾਹਮਣੇ ਆ ਰਹੀ ਆ, ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਉਹ ਤੁਹਾਡੇ ਤੇ ਵੀ ਨਿਸ਼ਾਨਾ ਲਾ ਰਹੇ ਨੇ ਕਿ ਜੋ ਵੀ ਹੋਇਆ ਉਸ ਸਮੇਂ ਹੋਇਆ, ਕਿਉਂਕਿ ਤੁਸੀਂ ਉੱਥੇ ਕਥਾ ਵੀ ਕੀਤੀ ਸੀ, ਤੁਸੀਂ ਆਪਣੇ ਦੀਵਾਨ ਸਜਾਏ ਸੀ ਕਿ ਦੀਵਾਨ ਸਜਾਉਣ ਤੋਂ ਬਾਅਦ ਹੀ ਜਿਹੜੇ ਉੱਥੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਜੋ ਗਲਾਂ ਦੇ ਵਿੱਚ ਪਾਏ ਹੋਏ ਸੀ ਉਹ ਸੁੱਟਤੇ ਜੀ ਬਾਹਰ। ਉਸ ਤੋਂ ਬਾਅਦ ਸਾਰਾ ਹੋਇਆ ਵੀ ਘਟਨਾਕ੍ਰਮ ਦੇ ਜਿਹੜੇ ਮੁੱਖ ਕਿਤੇ ਨਾ ਕਿਤੇ ਦੋਸ਼ੀ ਨੇ ਉਹ ਭਾਈ ਹਰਜਿੰਦਰ ਸਿੰਘ ਮਾਝੀ ਨੇ, ਕਿਉਂਕਿ ਤੁਹਾਡੀ ਵੀ ਉਹ ਜ਼ਿਕਰ ਕਹਿ ਰਹੇ ਨੇ ਕਿ ਉਹ ਰਿਪੋਰਟ ਵਿੱਚ ਆ ਰਿਹਾ ਹੈ। ਕਿਸੇ ਨੇ ਫੇਕ, ਮੇਰਾ ਖਿਆਲ ਹੈ ਮੈਨੂੰ ਆਈਡੀ ਦਾ ਪੂਰਾ ਡਿਟੇਲ ਨਹੀਂ ਪਤਾ ਲੱਗ ਸਕਿਆ, ਮੈਨੂੰ ਟੈਲੀਫੋਨ ਬਹੁਤ ਆਏ, ਕਿਸੇ ਨੇ ਇਹ ਮੈਸੇਜ ਪਾਤਾ ਕਿ ਹਰਜਿੰਦਰ ਸਿੰਘ ਮਾਝੀ ਦੋਸ਼ੀ ਹੈ ਔਰ ਉਹਨੂੰ ਵਿਰਸਾ ਸਿੰਘ ਵਲਟੋਹਾ ਨੇ, ਬਾਦਲ ਦਾ ਇੱਕ ਲੀਡਰ ਹੈ ਜਿਹੜਾ, ਉਹਨੇ ਆਪਣੇ ਆਈਡੀ ਤੇ ਥੋੜਾ ਚਿਰ ਸ਼ੇਅਰ ਕੀਤਾ ਤੇ ਬਾਅਦ ਵਿੱਚ ਮੈਨੂੰ ਵੀਰਾਂ ਨੇ ਦੱਸਿਆ ਕਿ ਹੁਣ ਉਹ ਡਿਲੀਟ ਕਰ ਗਿਆ। ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ 2015 ਦਾ ਬੇਅਦਬੀ ਘਟਨਾਕ੍ਰਮ ਵਾਪਰਿਆ ਜਿਹਦੇ ਵਿੱਚ ਸੌਦਾ ਸਾਧ ਨੇ ਸਭ ਕੁਝ ਕਰਾਇਆ, ਇਹਦੀ ਬੈਕਗ੍ਰਾਉਂਡ ਕੀ ਹੈ, ਇਹਦੇ ਪਿੱਛੇ ਖੜੇ ਨੇ ਬਾਦਲ ਕੇ। ਮੈਂ ਤੁਹਾਨੂੰ ਵਿਦ ਪ੍ਰੂਫ ਇਹ ਗੱਲ ਕਹੂੰਗਾ, ਆ ਜਿਹੜਾ ਮੈਂ ਲੈਟਰ ਲਿਖਿਆ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਮਈ 2007 ਦੇ ਵਿੱਚ ਸਲਾਬਤਪੁਰੇ ਡੇਰੇ ਵਿੱਚ ਸੌਦਾ ਸਾਧ ਨੇ ਦਸ਼ਮੇਸ਼ ਪਿਤਾ ਦਾ ਸਵਾਂਗ ਰਚਿਆ, ਅੰਮ੍ਰਿਤ ਦੀ ਨਕਲ ਤੇ ਜਾਮੇ ਇੰਸਾ ਦਾ ਢੋਂਗ ਰਚਿਆ, ਤਾਂ 20 ਮਈ 2007 ਨੂੰ ਇੱਕ FIR ਨੰਬਰ 262 IPC ਦੀ ਧਾਰਾ 153A ਅਤੇ 295A ਅਧੀਨ ਸੌਦਾ ਸਾਧ ਤੇ ਪਰਚਾ ਦਰਜ ਹੁੰਦਾ ਹੈ। ਹੁਣ ਇਹ ਪਰਚਾ ਜਦੋਂ ਦਰਜ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੌਦਾ ਸਾਧ ਜਿਹੜਾ ਹੈ ਉਹ ਬਠਿੰਡੇ ਦੀ ਸੈਸ਼ਨ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਉਂਦਾ ਹੈ, ਜਿਹੜੀ ਕਿ ਕੋਰਟ ਉਹਨੂੰ ਰੱਦ ਕਰ ਦਿੰਦੀ ਹੈ। ਇਸ ਤੋਂ ਬਾਅਦ ਸੌਦਾ ਸਾਧ ਨੇ ਜਦੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਕਿ ਮੈਨੂੰ ਉੱਦਾਂ ਫਸਾਇਆ ਜਾ ਰਿਹਾ ਇਸ ਕੇਸ ਵਿੱਚ, ਤਾਂ ਇਹਦੇ ਜਵਾਬ ਵਿੱਚ ਉਸ ਵਕਤ ਦੇ ਬਠਿੰਡੇ ਦੇ SSP ਨੌ ਨਿਹਾਲ ਸਿੰਘ ਜੀ ਨੇ ਹਲਫਨਾਮਾ ਹਾਈ ਕੋਰਟ ਦੇ ਵਿੱਚ ਦਾਖਲ ਕਰਵਾਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੌਦਾ ਸਾਧ ਦੇ ਖਿਲਾਫ ਜਿਹੜਾ ਕੇਸ ਹੈ ਉਹ ਪੂਰਾ ਅਸੀਂ ਜਾਂਚ ਪੜਤਾਲ ਕਰਕੇ ਕੀਤਾ, ਕਿਉਂਕਿ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ 2007 ਦੇ ਵਿੱਚ ਪਟਿਆਲੇ ਦੇ IG ਸਾਹਿਬ ਨੇ ਵੀ ਸਲਾਬਤਪੁਰੇ ਡੇਰੇ ਵਿੱਚ ਜਿਹੜਾ ਇਕੱਠ ਹੋਇਆ ਅਤੇ ਜੋ ਕੁਝ ਉੱਥੇ ਘਟਨਾ ਚੱਕਰ ਵਾਪਰਿਆ ਉਹ ਸਾਰਾ ਜ਼ਿਕਰ ਉਹਨਾਂ ਨੇ ਵੀ ਕੀਤਾ ਹੋਇਆ ਸੀਗਾ। ਮਤਲਬ ਕੀ ਹੈ ਕਿ ਪੁਲਿਸ ਕੋਲੇ ਉਸ ਵਕਤ ਪੂਰੇ ਸਬੂਤ ਸੀਗੇ ਜੋ 2007 ਵਿੱਚ ਵਾਪਰਿਆ। ਪਰ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ 2012 ਦੇ ਵਿੱਚ ਵਿਧਾਨ ਸਭਾ ਚੋਣਾਂ ਆਈਆਂ, ਵਿਧਾਨ ਸਭਾ ਚੋਣਾਂ ਤੋਂ 5 ਦਿਨ ਪਹਿਲਾਂ ਉਹੀ ਪੰਜਾਬ ਪੁਲਿਸ ਜਿਹੜੀ ਆ ਕੈਂਸਲੇਸ਼ਨ ਰਿਪੋਰਟ ਪੇਸ਼ ਕਰਦੀ ਆ ਕੋਰਟ ਦੇ ਵਿੱਚ, ਤਾਂ ਉੱਥੇ ਉਹ ਕਹਿੰਦੇ ਆ ਪੁਲਿਸ ਵਾਲੇ, ਜਿਹੜਾ ਸ਼ਿਕਾਇਤਕਰਤਾ ਸੀ ਰਜਿੰਦਰ ਸਿੰਘ ਸਿੱਧੂ ਜਿਹੜਾ ਕਿ ਅਕਾਲੀ ਕੌਂਸਲਰ ਸੀ ਬਠਿੰਡੇ ਦਾ, ਉਹ ਰਜਿੰਦਰ ਸਿੰਘ ਸਿੱਧੂ ਦੇ ਦਸਤਖਤਾਂ ਵਾਲਾ ਇੱਕ ਐਫੀਡੇਵਿਟ ਅਦਾਲਤ ਵਿੱਚ ਪੇਸ਼ ਕਰਦੀ ਹੈ ਪੁਲਿਸ ਬਠਿੰਡੇ ਦੀ, ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਰਜਿੰਦਰ ਸਿੰਘ ਸਿੱਧੂ ਜਾਨੀ ਇਹ ਕਹਿ ਰਿਹਾ ਹੈ ਕਿ ਮੈਂ ਜੀ ਉੱਥੇ ਸ਼ਾਮਲ ਨਹੀਂ ਸੀਗਾ ਸਲਾਬਤਪੁਰੇ ਡੇਰੇ ਦੇ ਇਕੱਠ ਵਿੱਚ ਤੇ ਮੈਂ ਸੁਣਾ ਕੇ ਸ਼ਿਕਾਇਤ ਕਰਤੀ। ਪਰ ਪੁਲਿਸ ਦਾ ਐਡਾ ਵੱਡਾ ਝੂਠ ਉਦੋਂ ਨੰਗਾ ਹੋਇਆ ਜਦੋਂ ਰਜਿੰਦਰ ਸਿੰਘ ਸਿੱਧੂ ਨੇ ਜਦੋਂ ਅਗਲੀ ਪੇਸ਼ੀ ਪਈ, ਤਾਂ ਅਗਲੀ ਪੇਸ਼ੀ ਵਿੱਚ ਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਐਫੀਡੇਵਿਟ ਦੇ ਉੱਤੇ ਮੇਰੇ ਦਸਤਕ ਨਹੀਂ ਹੈਗੇ। ਇਹਦਾ ਮਤਲਬ ਹੈ ਅਮਨ ਜੀ, ਇਹ ਗੱਲ ਸਾਡੇ ਦਰਸ਼ਕਾਂ ਨੂੰ ਸਮਝਣ ਵਾਲੀ ਹੈ ਕਿ ਇਹਨਾਂ ਨੇ ਕੀ ਕੀਤਾ, ਉਹਦੇ ਜਾਲੀ ਦਸਤਖਤ ਕਰਕੇ ਸੌਦਾ ਸਾਧ ਨੂੰ 2012 ਦੇ ਵਿੱਚ ਉਸ ਕੇਸ ਵਿੱਚੋਂ ਕਢਾਉਣਾ ਚਾਹਿਆ, ਪਰ ਜੱਜ ਨੇ ਅਗਲੀ ਡੇਟ ਪਾ ਦਿੱਤੀ। ਇਸ ਤਰ੍ਹਾਂ ਇਹ ਸਾਰਾ ਕੁਝ ਵਾਪਰਿਆ। ਔਰ ਮੈਂ ਦੱਸਣਾ ਚਾਹੁੰਦਾ ਕਿ 2014 ਤੱਕ ਆ ਜਿਹੜੇ ਬਾਦਲ ਕੇ ਅੱਜ ਚਾਂਬੜਾ ਮਾਰਦੇ ਫਿਰਦੇ ਆ, ਖੁਸ਼ ਹੋਏ ਫਿਰਦੇ ਆ ਕਿ ਅਸੀਂ ਬੇਗੁਨਾਹ, ਮੈਂ ਬਾਦਲ ਐਂਡ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ 2014 ਤੱਕ ਤੁਸੀਂ ਸੌਦਾ ਸਾਧ ਨੂੰ ਕਿਉਂ ਬਚਾ ਕੇ ਰੱਖਿਆ? ਜਦੋਂ ਪੁਲਿਸ ਨੇ ਚਲਾਨ ਪੇਸ਼ ਨਾ ਕੀਤਾ, ਜਿਹੜਾ ਕਿ ਇਹਨਾਂ ਨੂੰ ਤੁਰੰਤ ਪੇਸ਼ ਕਰਨਾ ਚਾਹੀਦਾ ਸੀ, 2007 ਦਾ ਮਸਲਾ ਸੀ, 2014 ਤੱਕ ਇਹਨਾਂ ਨੇ ਜਦੋਂ ਚਲਾਨ ਪੇਸ਼ ਨਾ ਕੀਤਾ, ਫਿਰ ਸੌਦਾ ਸਾਧ ਨੇ ਇੱਕ ਐਪਲੀਕੇਸ਼ਨ ਕੋਰਟ ਦੇ ਵਿੱਚ ਭੇਜੀ ਕਿ ਇੰਨਾ ਲੰਮਾ ਸਮਾਂ ਹੋ ਗਿਆ, ਪੁਲਿਸ ਚਲਾਨ ਹੀ ਨਹੀਂ ਪੇਸ਼ ਕਰ ਸਕੀ। ਤਾਂ ਫਿਰ
ਉਸ ਕੇਸ ਦੇ ਵਿੱਚੋਂ ਸੌਦਾ ਸਾਧ ਨਿਕਲਿਆ 2014 ਦੇ ਵਿੱਚ। ਜਦੋਂ ਉਹ ਸਵਾਂਗ ਵਾਲੇ ਕੇਸ ਵਿੱਚੋਂ ਨਿਕਲ ਗਿਆ 14 'ਚ, ਉਹਦਾ ਇੰਨਾ ਹੌਸਲਾ ਬਣ ਗਿਆ ਸੌਦਾ ਸਾਧ ਤੇ ਉਹਦੇ ਚੇਲਿਆਂ ਦਾ, 2015 ਦੇ ਵਿੱਚ ਇਹਨੇ ਫਿਰ ਇਹ ਬੇਅਦਬੀਆਂ ਕਰਵਾਈਆਂ। ਸੋ ਇਸ ਲਈ ਬਾਦਲ ਕੇ ਜਿਹੜੀਆਂ ਮੈਂ ਆਹ ਗੱਲਾਂ ਦੱਸ ਰਹੀਆਂ, ਇਹਨਾਂ ਕੋਲ ਕੋਈ ਜਵਾਬ ਹੋਵੇ ਤਾਂ ਇਹ ਬਾਅਦ ਦਲੀਲ ਬੈਠ ਕੇ ਜਿੱਥੇ ਮਰਜ਼ੀ ਗੱਲ ਕਰ ਲੈਣ। ਮਾਜੀ ਸਾਹਿਬ ਗੱਲ ਉਹੀ ਸਾਹਮਣੇ ਆ ਰਹੀ ਆ ਵੀ 15 ਦੀ ਜਿਹੜੀ ਤੁਸੀਂ ਬਲਟੋਹਾ ਸਾਹਿਬ ਦੀ ਗੱਲ ਕਰੀ ਆ ਕਿ ਬਲਟੋਹਾ ਸਾਹਿਬ ਨੇ ਉੱਥੇ ਫੇਸਬੁੱਕ ਤੇ ਪਾਇਆ ਜੀ ਆਪਣੇ ਸੋਸ਼ਲ ਅਕਾਊਂਟ ਤੇ ਉਸ ਤੋਂ ਬਾਅਦ ਉਹ ਡਿਲੀਟ ਕਰ ਦਿੱਤਾ ਗਿਆ, ਤੁਹਾਡਾ ਕਹਿਣਾ ਨਹੀਂ। ਤੁਹਾਨੂੰ ਕੀ ਲੱਗਦਾ ਉਦੋਂ ਜਦੋਂ ਤੁਸੀਂ ਪ੍ਰਚਾਰ ਵੀ ਕੀਤਾ, ਉੱਤੇ ਕਥਾ ਵੀ ਕੀਤੀ ਆ 2015 ਦੀ, ਕਿਤੇ ਨਾ ਕਿਤੇ ਲੋਕਟਾਂ ਵਾਲੀ ਆਪਾਂ ਪਹਿਲਾਂ ਵੀ ਕਈ ਵਾਰ ਇੰਟਰਵਿਊ 'ਚ ਗੱਲਬਾਤ ਹੋਈ ਆ ਕਿ ਲੋਕਟ ਲਾਹੇ ਵੀ ਗਏ ਸੀ, ਤੁਹਾਨੂੰ ਪਤਾ ਹੀ ਆ ਵੀ ਉਹਦਾ ਕਾਰਨ ਸੀ ਜਿਹੜੀ ਬੇਅਦਬੀ ਹੋਈ ਆ। ਵੀ ਜਿਵੇਂ ਤੁਸੀਂ ਬਾਦਲ ਪਰਿਵਾਰ ਦੀ ਗੱਲ ਕਰਦੇ ਹੋ, ਗੋਲੀ ਕਾਂਡ ਹੋਇਆ ਜੀ, ਗੋਲੀ ਕਾਂਡ 'ਚ ਬਾਦਲ ਪਰਿਵਾਰ ਕਿਤੇ ਨਾ ਕਿਤੇ ਘਿਰਦਾ ਵੀ ਗੋਲੀ ਕਿਉਂ ਚੱਲੀ ਜੀ, ਬਹੁਤ ਸਵਾਲ ਪੈਦਾ ਹੁੰਦੇ ਨੇ। ਪਰ ਜਿਹੜਾ ਪਹਿਲਾਂ ਬੇਅਦਬੀ ਦੀ ਆਪਾਂ ਗੱਲਬਾਤ ਕਰਦੇ ਹਾਂ ਤਾਂ ਉਹਦੀ ਜਿਹੜੀ ਜਾਂਚ ਰਿਪੋਰਟ ਆ ਉਸ ਤਾਂ ਗੁਰਮੀਤ ਰਾਮ ਰਹੀਮ ਆ ਰਿਹਾ ਹੁਣ ਵੀ ਜਿਹੜੀ ਰਿਪੋਰਟ ਪੇਸ਼ ਕੀਤੀ ਆ ਕਿ ਉਹ ਸਿਰਫ ਲੋਕਟਾਂ ਕਾਰਨ ਹੋਇਆ ਸਾਰਾ ਕੰਮ। ਦੇਖੋ ਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਗੁਰਬਾਣੀ, ਵਿਲੱਖਣ ਸਿੱਖ ਇਤਿਹਾਸ ਅਤੇ ਅਮੀਰ ਸਿੱਖ ਸੱਭਿਆਚਾਰ ਦੀ ਗੱਲ ਕਰਨੀ, ਪੰਜਾਬ ਦੇ ਵਿੱਚ ਆਪਣੇ ਭੈਣ ਭਰਾਈਆਂ ਨੂੰ ਸਿੱਖੀ ਬਾਰੇ ਦੱਸਣਾ, ਇੱਥੇ ਕੋਈ ਗੁਨਾਹ ਥੋੜ੍ਹਾ। ਭਾਵੇਂ ਕਿ ਬਾਦਲ ਕਿਆਂ ਨੇ ਗੁਨਾਹ ਬਣਾ ਦਿੱਤਾ ਸੀਗਾ, ਭਾਵੇਂ ਕਿ ਉਹਨਾਂ ਸਮਿਆਂ ਦੇ ਵਿੱਚ ਬਹੁਤ ਮਾਨਸਿਕ ਤੌਰ ਤੇ ਮੇਰੇ ਵਰਗੇ ਪ੍ਰਚਾਰਕਾਂ ਨੂੰ ਇਹ ਟੌਰਚਰ ਕਰਦੇ ਸੀ, ਜਦੋਂ ਇਹਨਾਂ ਦੀ ਪੁਲਿਸ ਧਮਕੀਆਂ ਦਿੰਦੀ ਸੀ, ਤੁਸੀਂ ਸਾਡੇ ਇਲਾਕੇ 'ਚ ਵੜ ਕੇ ਦਿਖਾਇਓ, ਬਹੁਤ ਕੁਝ ਅਸੀਂ ਝੱਲਿਆ। ਪਰ ਗੁਰੂ ਦੀ ਕਿਰਪਾ ਨਾਲ ਜਦੋਂ ਅਸੀਂ ਸਿੱਖੀ ਦੀ ਗੱਲ ਕੀਤੀ, ਮੈਂ ਕਹਿੰਦਾ ਬਹੁਤ ਸਾਰੇ ਪਿੰਡਾਂ ਵਿੱਚ ਵਾਪਰਿਆ। ਚਲੋ ਰਿਕਾਰਡ ਦੇ ਵਿੱਚ ਬੁਰਜਵਾਰ ਸਿੰਘ ਵਾਲਾ ਆ ਗਿਆ, ਪਰ ਬੜੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਭੁੱਲੜ ਪਖੰਡੀ ਸਾਧਾਂ ਦੇ ਚੱਕਰ ਵਿੱਚ ਫਸੇ ਹੋਏ ਸੀਗੇ, ਉਹ ਧਾਗੇ ਤਵੀਤ ਤੋੜ ਕੇ, ਨਗਾਂ ਵਾਲੀਆਂ ਛਾਂਪਾਂ ਲਾ ਕੇ, ਜਿੱਥੇ ਕਿਤੇ ਸੌਦਾ ਸਾਧ ਦੇ ਚੇਲੇ ਸੀ ਉਹਦੇ ਲੋਕਟ ਲਾ ਕੇ ਸਿੱਖੀ ਦੇ ਵਿੱਚ ਸ਼ਾਮਲ ਹੋ ਜਾਂਦੇ ਸੀ। ਇਹ ਤਾਂ ਫਰੀडम ਆਫ ਜਿਹੜਾ ਹੈਗਾ ਲਿਵਿੰਗ ਹੈ, ਅਗਲੇ ਦੀ ਜ਼ਿੰਦਗੀ ਜਿਉਣ ਦਾ ਉਹਨਾਂ ਦਾ ਢੰਗ ਹੈ। ਉਹਨਾਂ ਨੂੰ ਸਿੱਖੀ ਚੰਗੀ ਲੱਗੀ, ਉਹ ਸਰਸੇ ਵਾਲੇ ਨੂੰ ਛੱਡ ਕੇ ਇੱਧਰ ਆ ਗਏ। ਤਾਂ ਇਹ ਕੋਈ ਗੁਨਾਹ ਥੋੜ੍ਹਾ ਹੈ। ਇਹ ਤਾਂ ਇੱਕ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੀ ਕੋਈ ਔਕਾਤ ਨਾ ਹੋਣ ਦੇ ਬਾਵਜੂਦ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ ਤੋਂ ਇਹ ਜਿਹੜੀ ਸੇਵਾ ਲਈ ਸੀਗੀ। ਸੋ ਇਹ ਜਿਹੜਾ ਅੱਜ ਫੇਰ ਬਾਦਲ ਕੇ ਸਿੱਖਾਂ ਨੂੰ ਫੇਰ ਦੋਸ਼ੀ ਬਣਾ ਰਿਹਾ, ਬਿਲਕੁਲ ਉਸ ਤਰ੍ਹਾਂ ਜਿਵੇਂ 2015 ਵਿੱਚ ਬੇਕਸੂਰ ਨੌਜਵਾਨਾਂ ਨੂੰ ਚੁੱਕ ਕੇ ਟੌਰਚਰ ਕਰਦੇ ਸੀ ਕਿ ਬੇਅਦਬੀ ਇਹਨਾਂ ਨੇ ਕੀਤੀ। ਫਿਰ ਇਹਨਾਂ ਨੇ ਬੀਬੀ ਜੰਗੀਰ ਕੌਰ ਦੀ ਡਿਊਟੀ ਲਾਤੀ, ਉਹਨੇ ਜੁਲਾਈ ਦੇ ਵਿੱਚ ਕਿਹਾ ਬੇਅਦਬੀ ਦੇ ਅਸਲ ਦੋਸ਼ੀ ਉਹ ਬਾਈਬਲ ਕਲਾਂ ਦੇ ਵਿੱਚ ਧਰਨਾ ਦੇਣ ਵਾਲੇ ਆ। ਤਾਂ ਉਸੇ ਤਰਜ਼ ਤੇ ਬਾਦਲ ਕੇ ਸਰਕਾਰ ਡਿੱਗ ਗਈ ਤੇ ਅੱਜ ਇਹਨਾਂ ਦੇ 3 MLA ਬਣੇ ਆ, ਪਰ ਇਹਨਾਂ ਨੂੰ ਅਕਲ ਅਜੇ ਤੱਕ ਨਹੀਂ ਆਈ। ਅਜੇ ਵੀ ਉਹੀ ਗੁਰੂ ਨਾਲ ਮੱਥਾ ਲਾਉਣ ਵਾਲਾ ਕੰਮ ਕਰ ਰਹੇ ਆ। ਅੱਜ ਫੇਰ ਵਿਰਸਾ ਸਿੰਘ ਬਲਟੋਹਾ ਜਿਹੜਾ ਇਹਨਾਂ ਦਾ ਬਹੁਤ ਛੋਟੇ ਪੱਧਰ ਦਾ ਲੀਡਰ ਹੈ, ਉਹ ਫੇਰ ਇਹਨੂੰ ਜਿਹੜਾ ਮਤਲਬ ਕਹਿ ਰਿਹਾ ਜੀ ਆਹ ਦੇਖੋ ਵੀ ਇਹ ਮਤਲਬ ਟਾਰਗੇਟ ਕਰ ਰਿਹਾ ਮੈਨੂੰ। ਸੋ ਮੈਂ ਕਹਿਣਾ ਚਾਹੁੰਦਾ ਵੀ ਇਹ ਜਿੰਨਾ ਮਰਜ਼ੀ ਇਹ ਯਤਨ ਕਰ ਲੈਣ, ਇਹ ਕੂੜ ਕਵਾੜ ਨਹੀਂ ਚੱਲਣਾ। ਬਾਦਲ ਕਿਆਂ ਨੂੰ ਇਹ ਕਹਿਣਾ ਕਿ ਤੁਸੀਂ ਬਿਲਕੁਲ ਉਸ ਤਰ੍ਹਾਂ ਬੇਕਸੂਰ ਹੋ ਬੇਅਦਬੀ ਦੇ ਮਸਲੇ ਵਿੱਚ। ਕਿਵੇਂ? ਜਿਵੇਂ ਸੌਦਾ ਸਾਧ, ਕੋਟਕਪੂਰਾ ਅਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਬੇਕਸੂਰ ਹੈ, ਉਸੇ ਤਰ੍ਹਾਂ ਤੁਸੀਂ ਬੇਅਦਬੀ 'ਚ ਬੇਕਸੂਰ ਹੋ। ਕਿਵੇਂ ਭਲਾ? ਵੀ ਦੇਖੋ, ਸਰਸੇ ਵਾਲੇ ਦੇ ਕਹਿਣ ਤੇ ਗੋਲੀਆਂ ਨਹੀਂ ਚੱਲੀਆਂ, ਗੋਲੀਆਂ ਬਾਦਲ ਦੇ ਕਹਿਣ ਤੇ ਚੱਲੀਆਂ। ਜਿਹੜੀਆਂ ਕੋਟਕਪੂਰੇ ਚੱਲੀਆਂ ਜਾਂ ਬਾਈਬਲ ਚੱਲੀਆਂ, ਜਿਹੜੇ 2 ਸ਼ਹੀਦ ਹੋਏ ਉਹ ਬਾਦਲ ਦੀ ਸਰਕਾਰ 'ਚ ਹੋਏ ਨਾ। CM ਤਾਂ ਪ੍ਰਕਾਸ਼ ਸਿੰਘ ਬਾਦਲ ਸੀ, ਹੋਮ ਮਿਨਿਸਟਰ ਸੁਖਬੀਰ ਸੀਗਾ, ਕੋਈ ਹੋਮ ਮਿਨਿਸਟਰ ਤਾਂ ਨਹੀਂ ਸੀ ਗੁਰਮੀਤ ਰਾਮ ਰਹੀਮ। ਪਰ ਜੇ ਉਹਦੇ ਜੜ੍ਹਾਂ 'ਚ ਜਾਓ ਬਈ ਇਹ ਕਿਉਂ ਚੱਲੀਆਂ ਗੋਲੀਆਂ, ਪਿੱਛੇ ਕੀ ਸੀ? ਕਿਉਂਕਿ ਬੇਅਦਬੀ ਕੀਤੀ ਸਰਸੇ ਨੇ, ਉਹਦਾ ਰੋਸ ਜਤਾ ਰਹੇ ਸੀ ਬੰਦੇ, ਤੇ ਸਰਕਾਰ ਨੇ ਨਲਾਇਕੀ ਕਰਤੀ। ਮਤਲਬ ਇਹਦੀ ਗੋਲੀ ਕਾਂਡ ਦੀ ਜੜ ਵੀ ਤਾਂ ਸਰਸਾ ਸਾਧ ਹੀ ਬਣਦਾ ਨਾ। ਭਾਵੇਂ ਸਿੱਧੇ ਰੂਪ ਦੇ ਵਿੱਚ ਬਾਦਲ ਦੋਸ਼ੀ ਨੇ, ਅਸਿੱਧੇ ਰੂਪ ਵਿੱਚ ਗੋਲੀ ਕਾਂਡ ਵਿੱਚ ਵੀ ਕਿਵੇਂ ਨਾ ਕਿਵੇਂ ਗੁਰਮੀਤ ਰਾਮ ਰਹੀਮ ਆਉਂਦਾ। ਬਿਲਕੁਲ ਇਸੇ ਤਰ੍ਹਾਂ ਬੇਅਦਬੀ ਘਟਨਾਕ੍ਰਮ ਦੇ ਵਿੱਚ ਬਾਦਲ ਕੇ ਜਿਹੜਾ ਗੁਰਮੀਤ ਰਾਮ ਰਹੀਮ ਉਹ ਸਿੱਧਾ ਦੋਸ਼ੀ ਹੈ, ਬਾਦਲ ਕੇ ਅਸਿੱਧੇ ਦੋਸ਼ੀ ਹੈ। ਕਿਉਂਕਿ ਇਹਨਾਂ ਨੇ 2007 ਤੋਂ ਲੈ ਕੇ, ਇਹ ਦੱਸ ਦੇ ਸਕਦੇ ਆ ਮੈਨੂੰ, ਸੁਖਬੀਰ ਐਂਡ ਇਹਨਾਂ ਦੇ ਚਮਚੇ ਦੱਸ ਸਕਦੇ ਆ ਕਿ ਤੁਸੀਂ ਦੱਸੋ 2007 ਤੋਂ ਲੈ ਕੇ 2014 ਤੱਕ ਤੁਹਾਡੀ ਪੁਲਿਸ, ਕਿਉਂਕਿ 17 ਤੱਕ ਤੁਹਾਡੀ ਸਰਕਾਰ ਰਹੀ ਹੈ, ਤੁਹਾਡੀ ਪੁਲਿਸ ਨੇ ਚਲਾਨ ਕਿਉਂ ਨਹੀਂ ਪੇਸ਼ ਕੀਤਾ? ਜੇ ਉਹ ਪੁਲਿਸ ਵਾਲੇ ਮਨਮਾਨੀ ਕਰ ਰਹੇ ਸੀ, ਸੁਖਬੀਰ ਤੇ ਬਲਟੋਹਾ ਸਾਹਿਬ, ਤੁਸੀਂ ਦੱਸੋਗੇ ਕਿ ਉਹਨਾਂ ਦੇ ਖਿਲਾਫ ਪੁਲਿਸ ਵਾਲਿਆਂ ਤੇ ਕਾਰਵਾਈ ਕੀ ਹੋਈ?
ਡੱਕਾ ਇਹਨਾਂ ਨੇ ਤੋੜਿਆ ਨਹੀਂ, ਸਾਰਾ ਇਹਨਾਂ ਦੀ ਮਿਲੀ ਭੁਗਤ ਸੀਗੀ। ਸੋ ਇਹ ਸਾਰੇ ਦੋਸ਼ੀ ਹੈ, ਇਹ ਭੱਜਿਆ ਨਹੀਂ ਜਾਣਾ, ਇਹ ਸਾਰੇ ਤੱਥ ਨੇ ਜੀ ਜਿਹੜੇ ਮੈਂ ਜੀ ਬਿਲਕੁਲ। ਮਾਝੀ ਸਾਹਿਬ ਫਿਰ ਕਿਵੇਂ ਦੇਖਦੇ ਹੋ ਹੁਣ ਜੋ ਰਿਪੋਰਟ ਆਈ ਆ, ਜਾਂਚ ਰਿਪੋਰਟ ਆਈ ਆ, ਕਿਤੇ ਨਾ ਕਿਤੇ ਜੋ ਬਰਗਾੜੀ ਕਾਂਡ ਦੀ ਕਿ ਬੇਅਦਬੀ ਹੋਈ, ਸ਼ੁਰੂਆਤੀ ਰਿਪੋਰਟ ਇਹ ਆਈ ਆ ਵੀ ਇਹ ਤੋਂ ਤੁਸੀਂ ਸੰਤੁਸ਼ਟ ਹੋ? ਕਿੰਨੇ % ਸੰਤੁਸ਼ਟ ਹੋ ਤੇ ਜੋ ਮੁੱਖ ਮੰਤਰੀ ਪੰਜਾਬ ਨੇ ਇਹ ਰਿਪੋਰਟ ਤੁਹਾਨੂੰ ਦਿੱਤੀ ਆ? ਦੇਖੋ, ਜਿੰਨਾ ਚਿਰ ਇਹ ਜਿਹੜੇ ਸਾਡੇ ਸਿੱਖ ਆਗੂਆਂ ਨੂੰ ਉਹਨਾਂ ਨੇ ਰਿਪੋਰਟ ਸੌਂਪੀ, ਸੋ ਮੈਂ ਕਹਿੰਦਾ ਵੀ ਜਿੰਨਾ ਚਿਰ ਇਹਦਾ ਰਿਜ਼ਲਟ ਨਹੀਂ ਮਿਲਦਾ, ਹੁਣ ਤੱਕ ਕੀ ਹੋਇਆ, ਐਫਰਟ ਦਿਖਾਏ ਜਾ ਰਹੇ ਨੇ ਸਾਨੂੰ ਕਿ ਪਹਿਲਾਂ ਕੈਪਟਨ ਕਹਿੰਦਾ ਸੀ ਮੈਂ ਬਹੁਤ ਐਫਰਟ ਕਰ ਰਿਹਾ, ਬੇਅਦਬੀ ਦਾ ਇਨਸਾਫ ਮਿਲੂਗਾ। ਜਿੰਨਾ ਸਮਾਂ ਅਸੀਂ ਰਿਜ਼ਲਟ ਤੱਕ ਨਹੀਂ ਪਹੁੰਚਦੇ ਉਨਾ ਸਮਾਂ ਸਾਨੂੰ ਤਸੱਲੀ ਨਹੀਂ ਹੋਣੀ, ਸਾਨੂੰ ਖੁਸ਼ੀ ਬਿਲਕੁਲ ਨਹੀਂ ਹੋਣੀ, ਕਿਉਂਕਿ ਇਹ ਤਾਂ ਇਸ ਤਰ੍ਹਾਂ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ 28 ਅਗਸਤ ਨੂੰ ਜਦੋਂ ਉੱਥੇ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਸੀ ਤਾਂ ਉਸ ਦਿਨ ਤਾਂ ਸਾਰਾ ਪੰਜਾਬ, ਪੂਰੀ ਦੁਨੀਆ ਦੇ ਸਿੱਖ ਬੈਠ ਕੇ ਵੇਖ ਰਹੇ ਸੀ ਔਰ ਲੱਗਦਾ ਸੀ ਕਿ ਬਹੁਤ ਵੱਡੀ ਕਾਰਵਾਈ ਕਰਨਗੇ, ਪਰ ਕਾਰਵਾਈ ਕੋਈ ਨਹੀਂ ਹੋਈ। ਸੋ ਇਸ ਲਈ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਭਗਵੰਤ ਮਾਨ ਹੋਰਾਂ ਨੂੰ ਕਿ ਗੁਰਮੀਤ ਰਾਮ ਰਹੀਮ ਜਿਹੜਾ ਮਾਸਟਰ ਮਾਈਂਡ ਹੈ ਬੇਅਦਬੀ ਘਟਨਾਕ੍ਰਮ ਦਾ, ਇੱਕ ਤਾਂ ਉਹਦੇ ਤੇ ਬਣਦੀ ਕਾਰਵਾਈ ਹੋਵੇ ਸਖਤ, ਤੇ ਉਹਦੇ ਨਾਲ ਬਾਈਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਮਾਸਟਰ ਮਾਈਂਡ ਸੁਖਵੀਰ ਤੇ ਸੁਮੇਧ ਸੈਣੀ ਨੇ, ਉਹਨਾਂ ਤੇ ਕਾਰਵਾਈ ਹੋਵੇ। ਇਹਦੇ ਨਾਲ ਜਿਹੜਾ 2007 ਵਾਲਾ ਕੇਸ ਹੈ ਇਹਨੂੰ ਰੀਓਪਨ ਕਰਕੇ ਇਹ ਤੇ ਸਾਰੀ ਤੱਥਾਂ ਸਮੇਤ ਸਮਾਂਬੱਧ ਜਾਂਚ ਕਰੋ। ਇੱਕ ਸਰਕਾਰ ਛੇਤੀ ਤੋਂ ਛੇਤੀ ਇਹ 7 ਵਾਲੇ ਕੇਸ ਦੇ ਵਿੱਚ ਹੀ ਵਾਈਟ ਪੇਪਰ ਜਿਹੜਾ ਜਾਰੀ ਕਰੇ, ਔਰ ਜਿਹੜੇ ਪੁਲਿਸ ਅਧਿਕਾਰੀਆਂ ਨੇ ਸੌਦਾ ਸਾਧ ਨੂੰ 2007 ਵਾਲੇ ਸਵਾਂਗ ਵਾਲੇ ਕੇਸ ਵਿੱਚੋਂ ਬਚਾਇਆ, ਉਹਨਾਂ ਪੁਲਿਸ ਅਧਿਕਾਰੀਆਂ ਤੇ ਸਖਤ ਕਾਰਵਾਈ ਹੋਵੇ, ਔਰ ਉਹ ਪੁਲਿਸ ਅਧਿਕਾਰੀਆਂ ਨੂੰ ਜਿਹੜੇ ਸਿਆਸਤਦਾਨਾਂ ਨੇ ਪਿੱਛੇ ਆਦੇਸ਼ ਦਿੱਤਾ ਸੀਗਾ, ਖਾਸ ਤੌਰ ਤੇ ਉਸ ਸਮੇਂ ਦਾ ਮੁੱਖ ਮੰਤਰੀ ਤੇ ਹੋਮ ਮਿਨਿਸਟਰ, ਉਹਨਾਂ ਤੱਕ ਪਹੁੰਚ ਹੋਵੇ, ਸਾਰੀ ਜਾਣਕਾਰੀ ਹੋਵੇ ਔਰ ਉਹਨਾਂ ਤੇ ਬਣਦੀ ਕਾਰਵਾਈ ਹੋਵੇ। ਮੈਂ ਅੱਜ ਵੀ ਦਾਅਵੇ ਨਾਲ ਕਹਿਣਾ ਕਿ ਜੇ 2007 ਦੇ ਵਿੱਚ ਸੌਦਾ ਸਾਧ ਨੂੰ ਟੰਗਿਆ ਹੁੰਦਾ ਉਸ ਮਸਲੇ ਤੇ, ਤਾਂ ਇਹ 2015 'ਚ ਬੇਅਦਬੀ ਨਾ ਕਰਦਾ। ਤੁਸੀਂ ਦੇਖੋ 2014 ਤੱਕ ਸਰਸੇ ਵਾਲੇ ਨੇ ਕੋਈ ਬੇਅਦਬੀ ਦੀ ਘਟਨਾ ਨਹੀਂ ਵਾਪਰੀ, 14 ਤੱਕ, ਕਿਉਂਕਿ ਉਦੋਂ ਉਹਦੇ ਤੇ ਤਲਵਾਰ ਲਟਕਾ ਰੱਖੀ ਸੀ ਇਹਨਾਂ ਨੇ। ਅਸਲ ਵਿੱਚ ਸੁਖਬੀਰ ਬਾਦਲ ਕੇ ਇੰਨੇ ਡਰਾਮੇਬਾਜ਼ ਨੇ ਨਾ, ਇਹਨਾਂ ਦੇ ਜਿਹੜੇ ਆ 25 ਪੈਸੇ ਕਮੈਂਟ ਦੇ ਨਾਲ ਗਾਲਾਂ ਕੱਢਣ ਵਾਲੇ ਹੈ, ਜੇ ਗੁਰੂ ਦੇ ਸਾਹਮਣੇ ਖੜ ਕੇ ਆ ਗੱਲਾਂ ਕਿਤੇ ਸੁਣ ਕੇ ਵੇਖਣ ਮੇਰੀਆਂ, ਇਮਾਨਦਾਰੀ ਨਾਲ ਇਹਨਾਂ ਨੂੰ ਪਤਾ ਲੱਗ ਜੂ ਬਈ 2014 ਤੱਕ ਕੋਈ ਬੇਅਦਬੀ ਦਾ ਘਟਨਾਕ੍ਰਮ ਸਰਸੇ ਵਾਲੇ ਵੱਲੋਂ ਨਹੀਂ ਹੋਇਆ, ਕਿਉਂਕਿ ਸੁਖਬੀਰ ਨੇ ਕੀ ਕੀਤਾ, ਉਹ ਲਟਕਾਈ ਹੋਈ ਸੀ 295 ਏ ਵਾਲੀ ਜਿਹੜੀ ਤਲਵਾਰ ਸੀਗੀ, ਉਹ ਲਟਕਾ ਕੇ ਉਹਨਾਂ ਤੋਂ ਵੋਟਾਂ ਬਟੋਰਦੇ ਰਹੇ ਲਗਾਤਾਰ। ਤਾਂ ਫਿਰ ਇਸ ਕਰਕੇ ਇਹਨਾਂ ਨੇ ਜਦੋਂ ਉਹ 14 ਵਾਲੇ ਦੇ ਵਿੱਚ ਨਿਕਲ ਗਿਆ ਜੁਲਾਈ ਦੇ ਮਹੀਨੇ ਕੇਸ ਦੇ ਵਿੱਚੋਂ, ਉਹਦੇ ਹੌਸਲੇ ਵੱਧ ਗਏ। ਜਦੋਂ ਕਿਸੇ ਚੋਰ ਨੂੰ, ਕਿਸੇ ਬਦਮਾਸ਼ ਨੂੰ, ਕਿਸੇ ਗੁੰਡੇ ਨੂੰ ਸਹਿ ਮਿਲੂਗੀ ਸਰਕਾਰ ਦੀ, ਉਹਦੇ ਹੋਰ ਹੌਸਲੇ ਵਧਣਗੇ, ਉਹ ਹੋਰ ਪੁੱਠੇ ਕੰਮ ਕਰੂ। ਸਵਾਂਗ ਤੋਂ ਬੇਅਦਬੀ ਤੱਕ ਚਲਾ ਗਿਆ ਜੀ। ਜੀ ਬਿਲਕੁਲ। ਸੋ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਂਚ ਰਿਪੋਰਟ ਸਿੱਖ ਜਥੇਬੰਦਕ ਆਗੂਆਂ ਨੂੰ ਪਹੁੰਚੀ, ਪਰ ਪੂਰੀ ਰਿਪੋਰਟ ਜੇ ਗੱਲਬਾਤ ਕਰੀਏ ਗੋਲੀ ਕਾਂਡ ਦੀ ਤੇ ਬਰਗਾੜੀ ਕਾਂਡ ਦੀ, ਪਹਿਲਾਂ ਬੇਅਦਬੀ ਹੋਈ, ਕਿ ਪੂਰੀ ਰਿਪੋਰਟ ਨਹੀਂ, ਸਾਨੂੰ ਪੂਰਾ ਇਨਸਾਫ ਚਾਹੀਦਾ, ਕਿਉਂਕਿ ਗੋਲੀ ਕਾਂਡ 'ਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲਣ ਅਤੇ ਜਿਹੜੇ ਬਰਗਾੜੀ 'ਚ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਵੀ ਸਖਤ ਸਜ਼ਾਵਾਂ ਮਿਲਣ। ਕੈਮਰਾਮੈਨ ਅਰਵਿੰਦਰ ਨੀਨੂ ਨਾਲ ਅਮਨਦੀਪ ਸਿੰਘ ਮਾਝਾ।